जी आए ਨੂੰ प्यारे विद्यार्थियों। पंजाब स्टेट एजुकेशन बोर्ड की 8वीं जमात की अंग्रेजी की किताब माई इंग्लिश कंपेनियन उसका लैसन नंबर 10 सेफ्टी वाइल ड्राइविंग उसकी एक्टिविटी नंबर 9 लर्निंग टू लिसन अर्थात सुनने का अभ्यास, सुन के गल नूं समझना ਅਤੇ ਉਹਦੇ आधार पर अपने कोई नोट्स बनाने, पॉइंट बनाने, उस गल का अभ्यास है। ਇਹ ਐਕਟੀਵਿਟੀ ਗਿਆਨ ਵਾਧਾ ਕਰਨ ਵਾਲੀ ਵੀ ਹੈ, ਸਾਡੀ ਸੁਰੱਖਿਆ ਨਾਲ ਵੀ ਜੁੜੀ ਹੈ, ਕਿਉਂਕਿ ਸਾਰਿਆਂ ਨੇ ਕਦੀ ਨਾ ਕਦੀ ਆਪਣੀ ਜ਼ਿੰਦਗੀ 'ਚ ਕੋਈ ਸਕੂਟਰ, ਕੋਈ ਮੋਟਰਸਾਈਕਲ, ਕੋਈ ਗੱਡੀ, ਕੋਈ ਕਾਰ ਚਲਾਉਣੀ ਹੀ ਹੈ। ਸੋ ਸਾਡੀ ਸੁਰੱਖਿਆ, ਸਮਾਜ ਵਿੱਚ ਜਿਹੜੇ ਹੋਰ ਸਾਡੇ ਨਾਲ ਇਨਸਾਨ ਰਹਿੰਦੇ ਨੇ ਉਹਨਾਂ ਦੀ ਸੁਰੱਖਿਆ ਅਤੇ ਨਾਲ ਦੇ ਨਾਲ ਸਾਡੀ ਪੜ੍ਹਾਈ, ਭਾਸ਼ਾ ਦੀ ਸਿਖਲਾਈ, ਭਾਸ਼ਾ ਨੂੰ ਸੁਣਨਾ ਅਤੇ ਲਿਖਣਾ, ਉਹਦਾ ਅਭਿਆਸ ਵੀ ਹੋ ਜਾਏਗਾ। ਸੋ ਬੜੀ ਵਧੀਆ ਇਹ ਐਕਟੀਵਿਟੀ ਹੈਗੀ ਹੈ ਅਤੇ ਬੜੇ ਧਿਆਨ ਦੇ ਨਾਲ ਤੁਸੀਂ ਇਹਨੂੰ ਸੁਣੋ ਅਤੇ ਇਹਦਾ ਅਭਿਆਸ ਕਰੋ। ਆਓ ਸ਼ੁਰੂ ਕਰੀਏ। ਸੋ ਕਹਿੰਦੇ ਯੂਅਰ ਟੀਚਰ ਵਿਲ ਰੀਡ ਅ ਪੈਸੇਜ ਔਨ ਰੋਡ ਸੇਫਟੀ, ਅਰਥਾਤ ਤੁਹਾਡਾ ਅਧਿਆਪਕ ਜਾਂ ਤੁਹਾਡੀ ਅਧਿਆਪਕ ਸੜਕੀ ਸੁਰੱਖਿਆ ਦੇ ਬਾਰੇ ਇੱਕ ਪੈਰਾਗ੍ਰਾਫ ਪੜ੍ਹੇਗਾ ਜਾਂ ਪੜ੍ਹੇਗੀ। ਠੀਕ ਹੈ। ਹੀ ਵਿਲ ਰੀਡ ਦਾ ਪੈਸੇਜ ਟਵਾਈਸ ਉਹਨੇ ਦੋ ਵਾਰੀ, ਉਹ ਜਿਹੜਾ ਟੀਚਰ ਨੇ ਤੁਹਾਡੇ ਉਹ ਇਸ ਪੈਸੇਜ ਨੂੰ ਦੋ ਵਾਰ ਪੜ੍ਹਨਗੇ। ਮੈਂ ਤਾਂ ਇੱਕ ਵਾਰ ਪੜ੍ਹਾਂਗਾ, ਤੁਸੀਂ ਸੁਣੋ ਇੱਕ ਵਾਰ ਅਤੇ ਦੁਬਾਰਾ ਰੀਪਲੇ ਕਰ ਲਓ ਅਤੇ ਦੂਜੀ ਵਾਰ ਸੁਣ ਲਓ, ਤੀਜੀ ਵਾਰ ਵੀ ਸੁਣ ਲਓ ਬੇਸ਼ੱਕ। ਅਤੇ ਕਹਿੰਦੇ ਵਿਦ ਅ ਗੈਪ ਆਫ 5 ਮਿੰਟਸ, 5 ਮਿੰਟ ਦੇ ਵਕਫੇ ਤੋਂ ਬਾਅਦ, 5 ਮਿੰਟ ਦਾ ਗੈਪ ਦੇ ਕੇ ਦੂਜੀ ਵਾਰ ਫਿਰ ਪੜ੍ਹਿਆ ਜਾਏਗਾ। ਦੀ ਪੈਸੇਜ ਐਕਸਪਲੇਨਸ ਸਮ ਪੁਆਇੰਟਸ ਰਿਗਾਰਡਿੰਗ ਡੂਜ਼ ਹੁੰਦਾ ਬੱਚਿਓ ਕਰਨ ਵਾਲੇ ਕੰਮ, ਐਂਡ ਡੋਂਟਸ ਦਾ ਮਤਲਬ ਹੁੰਦਾ ਨਾ ਕਰਨ ਵਾਲੇ ਕੰਮ, ਵਾਈਲ ਡਰਾਈਵਿੰਗ। ਕਹਿੰਦੇ ਜਿਹੜਾ ਇਹ ਪੈਸੇਜ ਹੈ ਉਹ ਡਰਾਈਵਿੰਗ ਕਰਦੇ ਹੋਏ ਕਰਨ ਵਾਲੇ ਕੰਮ ਅਤੇ ਨਾ ਕਰਨ ਵਾਲੇ ਕੰਮਾਂ ਦੇ ਬਾਰੇ ਵੇਰਵਾ ਦਿੰਦਾ ਹੈ, ਉਹਦੇ ਬਾਰੇ ਜਾਣਕਾਰੀ ਦਿੰਦਾ। ਕਹਿੰਦੇ ਮੇਕ ਅ ਲਿਸਟ ਆਫ ਡੂਜ਼ ਐਂਡ ਡੋਂਟਸ, ਕਹਿੰਦੇ ਤੁਸੀਂ ਉਹ ਕਰਨ ਵਾਲੇ ਕੰਮ ਅਤੇ ਨਾ ਕਰਨ ਵਾਲੇ ਕੰਮਾਂ ਦੀ ਸੂਚੀ ਬਣਾਉਣੀ ਹੈ ਅਤੇ 3 to 5 ਵਰਡਸ ਓਨਲੀ। ਅਤੇ ਸੂਚੀ ਦੀ ਜਿਹੜੇ ਬਣਾਉਣੀ ਹੈ, ਪੁਆਇੰਟ ਲਿਖਣੇ ਨੇ, ਉਹਦੇ ਵਿੱਚ 3 ਤੋਂ 5 ਸ਼ਬਦ ਲਿਖਣੇ ਨੇ, ਕਿਉਂਕਿ ਸਿਰਫ ਪੁਆਇੰਟ ਲਿਖਣਾ, ਪੂਰਾ ਸੈਂਟੈਂਸ ਉਹਦਾ ਪੂਰੀ ਵਿਆਖਿਆ ਨਹੀਂ ਕਰਨੀ। 3 ਤੋਂ 5 ਸ਼ਬਦਾਂ ਦੇ ਵਿੱਚ ਉਹ ਪੁਆਇੰਟ ਜਿਹੜਾ ਹੈ ਉਹ ਸਾਰੀ ਗੱਲ ਕਰਨ ਜੋਗਾ ਹੋਣਾ ਚਾਹੀਦਾ ਹੈ। ਠੀਕ ਹੈ ਜੀ। ਵਾਈਲ ਯੂ ਲਿਸਨ ਟੂ ਯੋਰ ਟੀਚਰ, ਜਦੋਂ ਤੁਸੀਂ ਆਪਣੇ ਟੀਚਰ ਨੂੰ ਸੁਣੋਗੇ, ਤੁਸੀਂ ਆਪਣੇ ਕੰਨਾਂ ਦਾ ਧਿਆਨ, ਆਪਣੀ ਸੁਰਤ ਜਿਹੜੀ ਹੈ, ਕੰਸਨਟ੍ਰੇਸ਼ਨ ਹੈ, ਧਿਆਨ ਆਪਣੇ ਟੀਚਰ ਦੀ ਕਹੀ ਹੋਈ ਗੱਲ ਵੱਲ ਰੱਖਣਾ ਅਤੇ ਨਾਲ ਦੇ ਨਾਲ ਫਿਰ ਤੁਸੀਂ ਉਹ ਪੁਆਇੰਟ ਬਣਾਈ ਜਾਣੇ ਨੇ। ਠੀਕ ਹੈ। ਫਿਰ ਕਹਿੰਦੇ ਕੰਪਲੀਟ ਯੂਅਰ ਪੁਆਇੰਟਸ ਵੈਨ ਯੂ ਲਿਸਨ ਟੂ ਯੂਅਰ ਟੀਚਰ, ਲਿਸਨ ਟੂ ਹਰ ਦੀ ਸੈਕਿੰਡ ਟਾਈਮ। ਅਤੇ ਜਦੋਂ ਟੀਚਰ ਦੂਜੀ ਵਾਰ ਉਹ ਪੈਸੇਜ ਪੜ੍ਹੇ ਅਤੇ ਤਾਂ ਤੁਸੀਂ ਆਪਣੇ ਜਿਹੜੀ ਸੂਚੀ ਹੈ ਪੁਆਇੰਟਾਂ ਦੀ, ਕਰਨ ਵਾਲੇ ਕੰਮ ਅਤੇ ਨਾ ਕਰਨ ਵਾਲੇ ਕੰਮ, ਉਹ ਮੁਕੰਮਲ ਕਰ ਲੈਣੀ, ਕੰਪਲੀਟ ਕਰ ਲੈਣੀ ਹੈ। ਫਿਰ ਤੁਹਾਡੀ ਸਹੂਲਤ ਲਈ ਅਤੇ ਟੀਚਰ ਦੇ ਲਈ ਰੈਫਰ ਟੂ ਅਪੈਂਡਿਕਸ 1 ਐਟ ਪੇਜ 168, 168 ਪੇਜ 'ਤੇ ਇਹ ਸਾਰੇ ਪੁਆਇੰਟ ਦਿੱਤੇ ਹੋਏ ਨੇ, ਪੈਰਾਗ੍ਰਾਫ ਦਿੱਤਾ ਹੋਇਆ। ਦੀ ਟੀਚਰ ਮਸਟ ਰੀਡ ਦੀ ਪੈਸੇਜ ਵੈਰੀ ਕਲੀਅਰਲੀ ਐਂਡ ਸਲੋਲੀ, ਟੀਚਰ ਨੂੰ ਇਹ ਪੈਸੇਜ ਬੜਾ ਹੌਲੀ ਅਤੇ ਸਪਸ਼ਟ ਤੌਰ 'ਤੇ, ਕਲੀਅਰਲੀ ਮਾਨੇ ਸਪਸ਼ਟਤਾ ਦੇ ਨਾਲ, ਸਲੋਲੀ ਮਾਨੇ ਹੌਲੀ ਹੌਲੀ ਪੜ੍ਹਨਾ ਹੈ। ਹੀ ਸ਼ੀ ਮਸਟ ਆਲਸੋ ਪੌਜ਼ ਹੁੰਦਾ ਰੁਕਣਾ, ਆ ਲਿਟਲ ਆਫਟਰ ਈਚ ਸੈਂਟੈਂਸ, ਅਤੇ ਹਰ ਇੱਕ ਸੈਂਟੈਂਸ ਤੋਂ ਬਾਅਦ ਥੋੜ੍ਹਾ ਜਿਹਾ ਵਿਸ਼ਰਾਮ ਦੇਣਾ ਹੈ। ਅਤੇ ਬੱਚਿਓ ਜਿੱਦਾਂ ਇਹਨਾਂ ਨੇ ਹਿਦਾਇਤ ਦਿੱਤੀ ਮੈਂ ਉਸ ਤਰ੍ਹਾਂ ਹੀ ਤੁਹਾਡੇ ਲਈ ਪੜ੍ਹਾਂਗਾ ਅਤੇ ਨਾਲ ਦੱਸਾਂਗਾ ਪੁਆਇੰਟ ਕਿਵੇਂ ਬਣਾਉਣੇ ਨੇ, ਅਤੇ ਬਾਅਦ 'ਚੋਂ ਸਾਰੇ ਪੁਆਇੰਟ ਬਣਾ ਕੇ ਵੀ ਤੁਹਾਡੇ ਲਈ ਪੇਸ਼ ਕਰ ਦਾਂਗੇ। ਆਓ ਦੇਖੀਏ। ਸੋ ਕਹਿੰਦੇ ਇਹਦਾ ਸਿਰਲੇਖ ਹੈ ਸੇਫਟੀ ਟਿਪਸ ਫਾਰ ਡਰਾਈਵਿੰਗ, ਅਰਥਾਤ ਡਰਾਈਵਿੰਗ ਦੇ ਸੁਰੱਖਿਆ ਦੇ ਨੁਕਤੇ। ਠੀਕ ਹੈ। ਸੇਫਟੀ ਇਜ਼ ਸਮਥਿੰਗ, ਸੁਰੱਖਿਆ ਇੱਕ ਐਸੀ ਚੀਜ਼ ਹੈ ਦੈਟ ਡਰਾਈਵਰਸ ਸ਼ੁੱਡ ਕੀਪ ਇਨ ਮਾਈਂਡ ਐਟ ਆਲ ਦਾ ਟਾਈਮਸ, ਜਿਹੜੀ ਡਰਾਈਵਰਾਂ ਨੂੰ ਹਰ ਵੇਲੇ ਆਪਣੇ ਦਿਮਾਗ ਵਿੱਚ ਸਿਰਮੌਰ ਰੱਖਣੀ ਚਾਹੀਦੀ ਹੈ, ਚੇਤੇ ਰੱਖਣੀ ਚਾਹੀਦੀ ਹੈ, ਇਹਨੂੰ ਕਦੀ ਭੁੱਲਣਾ ਨਹੀਂ ਚਾਹੀਦਾ। ਸੁਰੱਖਿਆ ਨੂੰ, ਆਪਣੀ ਸੁਰੱਖਿਆ, ਨਾਲ ਗੱਡੀ ਜਿਹੜੇ ਬੈਠੇ ਨੇ ਪੈਸੰਜਰ, ਸਾਥੀ, ਪਰਿਵਾਰ ਦੇ ਜਾਂ ਕੋਈ ਹੋਰ, ਉਹਨਾਂ ਦੀ ਸੁਰੱਖਿਆ, ਅਤੇ ਸੜਕ 'ਤੇ ਜਿਹੜੇ ਦੂਜੇ ਬੰਦੇ ਤੁਰ ਫਿਰ ਰਹੇ ਨੇ, ਗੱਡੀਆਂ ਚਲਾ ਰਹੇ ਨੇ, ਉਹਨਾਂ ਦੀ ਸੁਰੱਖਿਆ। ਆਫਟਰ ਆਲ, ਆਖਿਰਕਾਰ, ਵੈਨ ਯੂ ਆਰ ਓਪਰੇਟਿੰਗ ਆ ਮੋਟਰਡ ਵਾਹੀਕਲ, ਕਹਿੰਦੇ ਆਖਿਰਕਾਰ ਜਦੋਂ ਤੁਸੀਂ ਇੱਕ ਇੰਜਣ ਵਾਲੀ ਵਾਹਨ ਨੂੰ ਚਲਾ ਰਹੇ ਹੋ, ਯੂ ਹੈਵ ਅ ਰਿਸਪੋਂਸੀਬਿਲਿਟੀ, ਤੁਹਾਡੀ ਇੱਕ ਜ਼ਿੰਮੇਵਾਰੀ ਹੈ। ਟੂ ਡੂ ਯੂਅਰ ਪਾਰਟ, ਆਪਣਾ ਰੋਲ ਅਦਾ ਕਰਨ ਵਿੱਚ, ਆਪਣਾ ਯੋਗਦਾਨ ਪਾਉਣ ਵਿੱਚ। ਕਾਹਦਾ? ਟੂ ਕੀਪ ਦੀ ਰੋਡਵੇਜ਼ ਸੇਫ, ਸੜਕ ਦੇ ਜਿਹੜੇ ਰਾਹ ਨੇ ਉਹਨਾਂ ਨੂੰ ਸੁਰੱਖਿਅਤ ਰੱਖਣ ਵਿੱਚ। ਕਿਹਦੇ ਲਈ? ਫॉर ਯੂਅਰ ਸੈਲਫ, ਆਪਣੇ ਆਪ ਲਈ, ਅਦਰ ਡਰਾਈਵਰਸ, ਦੂਜੇ ਡਰਾਈਵਰਾਂ ਲਈ, ਪੈਸੰਜਰਸ, ਯਾਤਰੂਆਂ ਲਈ, ਐਂਡ ਅਦਰਸ, ਅਤੇ ਹੋਰ ਲੋਕ, ਹੂ ਮੇ ਬੀ ਅਫੈਕਟਡ ਬਾਏ ਟ੍ਰੈਫਿਕ ਐਕਸੀਡੈਂਟਸ, ਜੋ ਕਿ ਇਸ ਵਾਹਨਾਂ ਦੇ ਹਾਦਸਿਆਂ ਤੋਂ ਪ੍ਰਭਾਵਿਤ ਹੋ ਸਕਦੇ ਹਨ। ਹੋ ਸਕਦਾ ਜਿਹੜੇ ਪੈਦਲ ਜਾ ਰਹੇ ਨੇ,
ਉਹ ਤੇ ਕੋਈ ਵਾਹਨ ਨਹੀਂ ਚਲਾ ਰਹੇ, ਪਰ ਉਹਨਾਂ ਦਾ ਵੀ ਖਤਰਾ ਹੈਗਾ। ਤੇ ਸੜਕ ਦੇ ਆਲੇ ਦੁਆਲੇ ਰੇਹੜੀਆਂ ਲੱਗੀਆਂ ਹੋਣ, ਠੀਕ ਹੈ ਨਾ, ਉਹਨਾਂ ਨੂੰ ਵੀ ਖਤਰਾ ਹੈਗਾ। ਸੜਕ ਦੇ ਨੇੜੇ ਤੇੜੇ ਕੋਈ ਦੁਕਾਨ ਹੋਵੇ, ਉਹ 'ਚ ਟ੍ਰੈਫਿਕ ਜਾ ਕੇ ਵੱਜ ਸਕਦਾ ਹੈ, ਐਕਸੀਡੈਂਟ ਨਾਲ ਉਹਨਾਂ ਨੂੰ ਵੀ ਖਤਰਾ ਹੋ ਸਕਦਾ ਹੈ। ਸੋ ਇਸ ਤਰ੍ਹਾਂ ਜਿਹੜੀ ਸੁਰੱਖਿਆ ਟ੍ਰੈਫਿਕ ਦੀ ਹੈ, ਇਹਦਾ ਸੰਬੰਧ ਬਹੁਤ ਸਾਰੇ ਬੰਦਿਆਂ ਨਾਲ ਜੁੜ ਜਾਂਦਾ ਹੈ। ਤੇ ਇਸ ਸੁਰੱਖਿਆ ਨੂੰ ਡਰਾਈਵਿੰਗ ਕਰਦੇ ਹੋਏ ਹਮੇਸ਼ਾ ਆਪਣੇ ਦਿਮਾਗ ਵਿੱਚ ਰੱਖਣਾ ਚਾਹੀਦਾ ਹੈ। ਆਓ ਹੁਣ ਦੇਖੀਏ ਕਿਹੜੇ ਪੁਆਇੰਟਸ ਨੇ। ਮੈਂ ਹੌਲੀ ਹੌਲੀ ਪੜਾਂਗਾ ਤੇ ਨਾਲ ਬੱਚੇ ਤੁਹਾਨੂੰ ਦੱਸਾਂਗਾ ਵੀ ਇਹ 'ਚ ਪੁਆਇੰਟ ਕਿਵੇਂ ਲੱਭਣਾ, ਠੀਕ ਹੈ। ਯੂ ਮਸਟ ਆਲਵੇਜ਼ ਸਟੇ ਅਲਰਟ, ਤੁਹਾਨੂੰ ਹਮੇਸ਼ਾ ਚੁਕੰਨੇ ਰਹਿਣਾ ਚਾਹੀਦਾ ਹੈ। ਪੇ ਅਟੈਂਸ਼ਨ ਟੂ ਯੂਅਰ ਐਕਸ਼ਨਸ, ਆਪਣੇ ਕੀਤੇ ਹੋਏ ਕੰਮ ਜੋ ਤੁਸੀਂ ਕਰ ਰਹੇ ਹੋ, ਇੱਧਰ ਦੇਖ ਰਹੇ ਹੋ, ਗੱਲ ਕਰ ਰਹੇ ਹੋ, ਸਟੀਅਰਿੰਗ ਘੁਮਾ ਰਹੇ ਹੋ, ਗੇਅਰ ਬਦਲਦੇ ਪਏ ਹੋ, ਰੇਸ ਦੇ ਰਹੇ ਹੋ, ਬ੍ਰੇਕ ਲਾ, ਜੋ ਵੀ ਕਰ ਰਹੇ ਹੋ ਉਹਦੇ ਵੱਲ ਬੜਾ ਧਿਆਨ ਦੇਵੋ। ਇਹ ਜਿਹੜੇ ਕੰਮ ਨੇ ਇਹਨਾਂ ਨੂੰ ਮਤਲਬ ਕਿ ਬੁਝੇ ਮਨ ਦੇ ਨਾਲ ਜਾਂ ਐਨੀ ਧਿਆਨ ਕਿਤੇ ਹੋਰ ਹੋਵੇ ਤੇ ਹੱਥ ਪੈਰ ਗੱਡੀ ਚਲਾ ਰਹੇ ਨੇ, ਜੋ ਤੁਸੀਂ ਹੱਥ ਪੈਰ ਚਲਾ ਰਹੇ ਹੋ, ਕੰਮ ਕਰ ਰਹੇ ਹੋ, ਉਹਦੇ ਵੱਲ ਪੂਰਾ ਧਿਆਨ ਦੇਵੋ। ਐਂਡ ਦੋਜ਼ ਆਫ ਦੀ ਡਰਾਈਵਰਸ ਅਰਾਊਂਡ ਯੂ, ਤੇ ਨਾਲ ਹੀ ਆਲੇ ਦੁਆਲੇ ਚੁਕੰਨੇ ਰਹੋ ਕਿ ਆਲੇ ਦੁਆਲੇ ਜਿਹੜੀ ਗੱਡੀਆਂ ਚੱਲ ਰਹੀਆਂ ਨੇ ਉਹ ਕੀ ਕਰ ਰਹੀਆਂ ਨੇ ਜਾਂ ਕੀ ਕਰਨ ਜਾ ਰਹੀਆਂ ਨੇ, ਉਹਦੇ ਬਾਰੇ ਵੀ ਧਿਆਨ ਦੇਣਾ ਹੈ। ਵੈਨ ਯੂ ਆਰ ਡਰਾਈਵਿੰਗ, ਜਦੋਂ ਤੁਸੀਂ ਡਰਾਈਵਿੰਗ ਕਰ ਰਹੇ ਹੋ। ਹੁਣ ਦੱਸੋ ਬੱਚਿਓ ਇਹ 'ਚ ਕਿਹੜੀ ਗੱਲ ਪੁਆਇੰਟ ਇਹਨਾਂ ਨੇ ਕੀ ਦੱਸਿਆ? ਆਲਵੇਜ਼ ਸਟੇ ਅਲਰਟ, ਮਤਲਬ ਕਿ ਇਹ ਕਰਨ ਵਾਲਾ ਕੰਮ ਹੋ ਗਿਆ। ਬੀ ਕੌਸ਼ੀਅਸ, ਬੀ ਕੇਅਰਫੁਲ, ਬੀ ਅਲਰਟ। ਹੁਣ ਇਹ ਸੈਂਟੈਂਸ ਵਿੱਚੋਂ ਮੈਨੂੰ ਇਹ ਪੁਆਇੰਟ ਮਿਲ ਗਿਆ ਕਰਨ ਵਾਲਾ ਕਿ ਹਮੇਸ਼ਾ ਚੁਕੰਨੇ ਰਹੋ। ਹੁਣ ਤੁਸੀਂ ਦਿਮਾਗ 'ਚ ਰੱਖੋ ਬੱਚਿਓ, ਹੁਣ ਇਹ ਪੁਆਇੰਟ ਇੱਦਾਂ ਬਣਾਉਣਾ ਸੁਣ ਸੁਣ ਕੇ। ਦੂਜਾ ਪੁਆਇੰਟ ਹੈ ਯੂ ਸ਼ੁੱਡ ਆਲਵੇਜ਼ ਵੀਅਰ ਯੂਅਰ ਸੀਟ ਬੈਲਟ, ਤੁਹਾਨੂੰ ਹਮੇਸ਼ਾ ਆਪਣੀ ਸੀਟ ਬੈਲਟ ਬੰਨ੍ਹ ਕੇ ਰੱਖਣੀ ਚਾਹੀਦੀ ਹੈ। Not only are you more likely to get injured in an accident if you aren't wearing a seat belt, ਕਹਿੰਦੇ ਇੰਨਾ ਹੀ ਨਹੀਂ ਕਿ ਜੇ ਤੁਸੀਂ ਸੀਟ ਬੈਲਟ ਨਹੀਂ ਪਾਈ ਤੇ ਤੁਹਾਡੇ ਫੱਟੜ ਹੋਣ ਦਾ ਸੰਭਾਵਨਾ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਜੇ ਕਿਤੇ ਹਾਦਸਾ ਹੋ ਜਾਏ। ਤੁਹਾਨੂੰ ਪਤਾ ਹੋਏਗਾ ਬੱਚਿਓ, ਕੁਝ ਚਿਰ ਪਹਿਲਾਂ ਜਸਪਾਲ ਭੱਟੀ ਬੜੇ ਤਗੜੇ ਕਲਾਕਾਰ ਸੀ ਪੰਜਾਬੀ ਦੇ, ਤੇ ਉਹਨਾਂ ਦਾ ਐਕਸੀਡੈਂਟ ਹੋ ਗਿਆ ਸੀਗਾ। ਤੇ ਤੁਹਾਨੂੰ ਪਤਾ ਹੈ ਕਿ ਉਹਨਾਂ ਦੀ ਮੌਤ ਦਾ ਇੱਕੋ ਹੀ ਕਾਰਨ ਸੀ ਕਿ ਉਹਨਾਂ ਨੇ ਸੀਟ ਬੈਲਟ ਨਹੀਂ ਬੰਨੀ ਹੋਈ ਸੀ। ਤੇ ਕਹਿੰਦੇ ਨੇ ਜੇ ਉਹਨਾਂ ਨੇ ਸੀਟ ਬੈਲਟ ਬੰਨੀ ਹੁੰਦੀ ਜਸਪਾਲ ਭੱਟੀ ਨੇ ਤੇ ਸ਼ਾਇਦ ਉਹਨਾਂ ਦੀ ਮੌਤ ਨਾ ਹੁੰਦੀ, ਭਾਵੇਂ ਸੱਟਾਂ ਲੱਗਦੀਆਂ ਪਰ ਉਹਨਾਂ ਦਾ ਬਚਾਅ ਹੋ ਸਕਦਾ ਸੀਗਾ। ਸੋ ਬੱਚਿਓ ਇਹ ਸੀਟ ਬੈਲਟ ਪਾਉਣੀ ਬਹੁਤ ਜ਼ਰੂਰੀ ਹੈ। ਯੂ ਕੈਨ ਆਲਸੋ ਬੀ ਫਾਈਨਡ ਫॉर ਫੇਲਿੰਗ ਟੂ ਡੂ ਸੋ, ਕਹਿੰਦੇ ਇੰਨਾ ਹੀ ਨਹੀਂ ਕਿ ਜੇ ਤੁਸੀਂ ਸੀਟ ਬੈਲਟ ਨਹੀਂ ਪਾਈ ਤੇ ਤੁਹਾਡੇ ਆਪਣੇ ਫੱਟੜ ਹੋਣ ਦੀ ਸੰਭਾਵਨਾ ਤੇ ਹੈਗੀ ਹੈ, ਪਰ ਜੇ ਨਹੀਂ ਵੀ ਹੁੰਦੀ, ਐਕਸੀਡੈਂਟ ਨਹੀਂ ਵੀ ਹੁੰਦਾ, you can also be fined for failing to do so। ਜੇ ਤੁਸੀਂ ਸੀਟ ਬੈਲਟ ਨਹੀਂ ਪਾਈ, failing to do so, ਜੇ ਤੁਸੀਂ ਸੀਟ ਬੈਲਟ ਪਾਉਣ ਤੋਂ ਉਕਾਈ ਕਰ ਲਈ, ਚੂਕ ਗਏ, ਤੇ ਫਿਰ you can also be fined, ਤੁਹਾਨੂੰ ਫਾਈਨ ਜੁਰਮਾਨਾ ਵੀ ਕੀਤਾ ਜਾ ਸਕਦਾ ਹੈ। ਜੇ ਰਾਸਤੇ 'ਚ ਟ੍ਰੈਫਿਕ ਇੰਸਪੈਕਟਰ ਨੇ ਦੇਖ ਲਿਆ, ਕੈਮਰੇ 'ਚ ਫੋਟੋ ਆ ਗਈ ਜਾਂ ਉਹਨੇ ਆਪਣੇ ਅੱਖੀਂ ਦੇਖ ਲਿਆ ਤੇ ਤੁਹਾਨੂੰ ਚਲਾਨ ਕੱਟਿਆ ਜਾਏਗਾ। ਹੁਣ ਬੱਚਿਓ ਦੇਖੋ ਇਹ 'ਚ ਵੀ ਕਰਨ ਵਾਲੀ ਗੱਲ ਹੈਗੀ ਹੈ। ਹੁਣ ਇਹ 'ਚ ਕਿਹੜਾ ਪੁਆਇੰਟ ਹੈ? ਆਲਵੇਜ਼ ਵੀਅਰ ਯੂਅਰ ਸੀਟ ਬੈਲਟ, ਤੇ ਮੈਨੂੰ ਡੂ ਵਾਲਾ ਇੱਕ ਪੁਆਇੰਟ ਹੋਰ ਮਿਲ ਗਿਆ। ਅੱਗੇ ਚਲੀਏ, ਯੂ ਮਸਟ ਆਲਵੇਜ਼ ਫੋਲੋ ਟ੍ਰੈਫਿਕ ਸਿਗਨਲਸ ਐਂਡ ਪੇ ਕਲੋਜ਼ ਅਟੈਂਸ਼ਨ ਟੂ, ਅਰਥਾਤ ਤੁਹਾਨੂੰ ਟ੍ਰੈਫਿਕ ਜਿਹੜੇ ਸਿਗਨਲ ਨੇ, ਟ੍ਰੈਫਿਕ ਦੇ ਜਿਹੜੇ ਨਿਸ਼ਾਨ ਨੇ, ਹਮੇਸ਼ਾ ਉਹਨਾਂ ਦਾ ਪਾਲਣ ਕਰਨਾ ਚਾਹੀਦਾ ਹੈ। ਐਂਡ ਪੇ ਕਲੋਜ਼ ਅਟੈਂਸ਼ਨ, ਅਤੇ ਬੜਾ ਬਰੀਕੀ ਨਾਲ ਧਿਆਨ ਦੇਣਾ ਚਾਹੀਦਾ ਹੈ। ਕਿਹਦੇ ਵੱਲ? ਟੂ, ਉਹਨਾਂ ਦੇ ਵੱਲ। ਐਂਡ ਓਬੇ ਸਟਾਪ ਸਾਈਨਸ, ਤੇ ਜਿੱਥੇ ਰੁਕਣ ਲਈ ਕਿਹਾ ਗਿਆ ਹੈ, ਲਾਲ ਬੱਤੀ ਆ ਗਈ ਜਾਂ ਹੋਰ ਸਲੋ ਡਾਊਨ ਕਰਨ ਲਈ ਕਿਹਾ ਵੀ ਕੀਪ ਸਲੋ, ਸਪੀਡ ਸਲੋ ਕਰੋ। ਐਂਡ ਟ੍ਰੈਫਿਕ ਲਾਈਟਸ, ਟ੍ਰੈਫਿਕ ਲਾਈਟ ਜਿਹੜੀਆਂ ਨੇ ਉਹਨਾਂ ਦਾ ਪਾਲਣ ਕਰਨਾ ਬੜਾ ਜ਼ਰੂਰੀ ਹੈ। ਹੁਣ ਇਹ 'ਚ ਵੀ ਕਰਨ ਵਾਲੀ ਗੱਲ ਦੱਸੀ ਹੈ। ਸੋ ਮੈਨੂੰ ਪਤਾ ਲੱਗ ਗਿਆ ਕਿਹੜਾ ਕਰਨ ਵਾਲਾ ਕੰਮ ਹੈ ਬੱਚਿਓ? ਆਲਵੇਜ਼ ਫੋਲੋ ਟ੍ਰੈਫਿਕ ਸਿਗਨਲਸ। ਸੋ ਮੈਨੂੰ ਤੀਜਾ ਪੁਆਇੰਟ ਵੀ ਮਿਲ ਗਿਆ। ਇਹਨੂੰ ਦੇਖਾਂਗੇ ਅਸੀਂ ਕਿੱਦਾਂ ਤਿਆਰ ਕਰਨਾ ਹੈ। ਮੈਂ ਨਾਲ ਤੁਹਾਨੂੰ ਹਿੰਟ ਦੇਈ ਜਾ ਰਿਹਾ। ਅਗਲਾ ਆ ਗਿਆ ਬੱਚਿਓ, ਵੈਨ ਯੂ ਸੀ ਅ ਸਟਾਪ ਸਾਈਨ, ਜਦੋਂ ਤੁਹਾਨੂੰ ਰੁਕਣ ਦਾ ਚਿੰਨ੍ਹ ਮਿਲੇ, ਰੁਕਣ ਦਾ ਸਾਈਨ ਮਿਲੇ, ਲਾਲ ਬੱਤੀ ਮਿਲੇ, ਔਰ ਰੈੱਡ ਲਾਈਟ ਜਾਂ ਲਾਲ ਬੱਤੀ ਆਏ, ਇਟ ਇਜ਼ ਇੰਪੋਰਟੈਂਟ ਟੂ ਸਟਾਪ, ਰੁਕਣਾ ਬੜਾ ਮਹੱਤਵਪੂਰਨ ਹੈ, ਰੁਕਣਾ ਬੜਾ ਜ਼ਰੂਰੀ ਹੈ। ਉਹ ਐਵੇਂ ਨਹੀਂ ਲਾਈਆਂ ਹੋਈਆਂ, ਉਹ ਸ਼ੋਅ ਪੀਸ ਨਹੀਂ ਹੈਗੇ, ਉਹ ਕੋਈ ਜਿੱਦਾਂ ਦੀਵਾਲੀ ਦੀਆਂ ਲਾਈਟਾਂ ਨਹੀਂ ਹੈਗੀਆਂ, ਠੀਕ ਹੈ ਨਾ। ਸੋ ਲਾਲ ਬੱਤੀ ਦਾ ਉਹਨੇ ਰੁਕਣਾ ਹੈ। ਈਵਨ ਇਫ ਯੂ ਥਿੰਕ, ਭਾਵੇਂ ਤੁਹਾਨੂੰ ਲੱਗੇ ਵੀ ਨੋ ਵਹੀਕਲਸ ਆਰ ਕਮਿੰਗ, ਕਈ ਵਾਰ ਬੰਦਾ ਰਾਤੀ ਨੂੰ ਜਾ ਰਿਹਾ ਹੁੰਦਾ। ਬੱਚੇ ਮੈਨੂੰ ਯਾਦ ਹੈ ਆਸਟ੍ਰੇਲੀਆ ਦੇ ਸਿਡਨੀ ਵਿੱਚ ਮੇਰਾ ਸਾਈਨ ਅਪ ਹੋਇਆ, ਮੈਂ ਜਹਾਜ਼ ਤੋਂ ਛੁੱਟੀ ਦੇ ਘਰ ਆ ਰਿਹਾ ਸੀਗਾ ਤੇ ਸਾਡੀ ਫਲਾਈਟ ਤੜਕੇ ਦੀ ਸੀਗੀ ਤੇ ਸਾਨੂੰ ਜਹਾਜ਼ ਤੋਂ ਰਾਤੀ ਉਤਾਰ ਦਿੱਤਾ ਗਿਆ ਤੇ ਅਸੀਂ ਰਾਤੀ ਉਤਰੇ ਤੇ ਮੇਰੀ ਮਿਸਿਸ ਵੀ ਨਾਲ ਸੀ, ਇੱਕ ਬੰਦਾ ਹੋਰ ਸਾਈਨ ਅਪ ਹੋ ਰਿਹਾ ਸੀ, ਛੁੱਟੀ ਤੇ ਜਾ ਰਹੇ ਸੀਗੇ ਤੇ ਕਰੀਬ ਅਸੀਂ 1:30 ਵਜੇ ਰਾਤੀ, ਅੱਧੀ ਰਾਤ ਤੋਂ ਬਾਅਦ 1:30 ਵਜੇ ਰਾਤੀ ਸਾਨੂੰ ਏਜੰਟ ਜਿਹੜਾ ਸੀਗਾ ਜਹਾਜ਼ ਤੋਂ ਹੋਟਲ 'ਚ ਲੈ ਕੇ ਜਾ ਰਿਹਾ ਸੀਗਾ ਤੇ ਇੱਕ ਦਿਨ ਰਹਿ ਕੇ, ਰਾਤੀ ਰਹਿ ਕੇ ਅਸੀਂ ਫਿਰ ਅਗਲੇ ਦਿਨ ਫਲਾਈਟ ਫੜਨੀ ਸੀਗੀ। ਤੇ ਰਾਤੀ 1:30 ਵਜੇ ਤੇ ਰਸਤੇ 'ਚ ਚੌਂਕ ਆਇਆ ਤੇ ਸੁੰਨਮਸਾਨ ਸੀ,
ਤੇ ਉੱਥੇ ਰੈੱਡ ਲਾਈਟ ਸੀਗੀ ਤੇ ਡਰਾਈਵਰ ਨੇ ਗੋਰੇ ਨੇ ਗੱਡੀ ਰੋਕ ਦਿੱਤੀ ਤੇ ਮੈਨੂੰ ਤੇ ਪਤਾ ਸੀਗਾ, ਪਰ ਮੈਂ ਕਿਹਾ ਚਲੋ ਜਾਣਕਾਰੀ ਲਈਏ, ਆਪਣੀ ਜਾਣਕਾਰੀ 'ਚ ਵਾਧਾ ਕਰੀਏ। ਮੈਂ ਉਹਨੂੰ ਕਿਹਾ ਯਾਰ ਇੱਥੇ ਤੇ ਕੋਈ ਹੈ ਹੀ ਨਹੀਂ, ਨਾ ਹੀ ਕਿਸੇ ਆਉਣ ਦੀ ਸੰਭਾਵਨਾ, ਦੂਰ ਦੂਰ ਤੱਕ ਕੋਈ ਨਹੀਂ ਆ ਰਿਹਾ, ਰਾਤ ਦਾ 1:30 ਵਜਾ ਤੇ ਨਿਕਲ ਜਾਂਦੇ ਆ। ਉਹ ਕਹਿੰਦਾ ਮਿਸਟਰ ਚੀਫ, ਮੈਂ ਉਦੋਂ ਕੈਪਟਨ ਨਹੀਂ ਸੀ, ਮੈਂ ਉਦੋਂ ਚੀਫ ਅਫਸਰ ਸੀਗਾ, ਕਹਿੰਦਾ ਆਈ ਕੈਨ ਡੂ ਦੈਟ, ਪਰ ਯੂ ਸੀ ਦੈਟ ਕੈਮਰਾ, ਤੁਸੀਂ ਕੈਮਰੇ ਦੇਖਦੇ ਪਏ ਹੋ, ਮਾਈ ਫੋਟੋ ਵਿਲ ਕਮ ਇਨ ਦੈਟ। ਤੇ ਅਗਲੇ ਦਿਨ ਹੀ ਕੱਲ ਮੈਨੂੰ ਨੋਟਿਸ ਆ ਜਾਏਗਾ, ਮੈਨੂੰ ਟਿਕਟ ਆ ਜਾਏਗੀ, ਮੈਨੂੰ ਜੁਰਮਾਨੇ ਦੀ ਆ ਜਾਏਗੀ ਕਿ ਤੂੰ ਰੈੱਡ ਲਾਈਟ ਤੋਂ ਜੰਪ ਕੀਤਾ ਹੈ। ਸੋ ਬੱਚਿਓ, ਰੈੱਡ ਲਾਈਟ ਜਿਹੜੀ ਹੈ ਉਹ ਤੋਂ ਜਾਣਾ ਜਾਂ ਨਾ ਜਾਣਾ ਇਹ ਸਾਡੇ ਤੇ ਨਿਰਭਰ ਨਹੀਂ ਕਰਦਾ ਵੀ ਜੇ ਟ੍ਰੈਫਿਕ ਹੈਗਾ ਤਾਂ ਰੁਕ ਜਾਓ, ਜੇ ਨਹੀਂ ਹੈਗਾ ਤਾਂ ਚੱਲ ਜਾਓ। ਰੈੱਡ ਲਾਈਟ ਦਾ ਮਤਲਬ ਹੁੰਦਾ ਰੁਕੋ, ਭਾਵੇਂ ਟ੍ਰੈਫਿਕ ਹੈ ਭਾਵੇਂ ਨਹੀਂ ਹੈ। ਇੱਥੇ ਵੀ ਇਹੀ ਗੱਲ ਲਿਖੀ, ਈਵਨ ਇਫ ਯੂ ਥਿੰਕ no other vehicles are coming, ਜੇ ਤੁਹਾਨੂੰ ਲੱਗਦਾ ਵੀ ਹੈ ਕਿ ਹੋਰ ਕੋਈ ਵਾਹਨ ਇਧਰੋਂ ਉਧਰੋਂ ਨਹੀਂ ਆ ਰਹੇ, ਤਦ ਵੀ ਤੁਹਾਨੂੰ ਰੁਕਣਾ ਚਾਹੀਦਾ ਹੈ। ਸੋ ਬੱਚਿਓ, ਇਧਰੋਂ ਦੀ ਮੈਨੂੰ ਕਿਹੜਾ ਪੁਆਇੰਟ ਮਿਲ ਗਿਆ, ਨੈਵਰ ਜੰਪ ਆ ਰੈੱਡ ਲਾਈਟ, ਵੀ ਰੈੱਡ ਲਾਈਟ ਨੂੰ ਕਦੀ ਵੀ ਕ੍ਰਾਸ ਨਹੀਂ ਕਰਨਾ, ਇਹ ਮੈਨੂੰ ਨਾ ਕਰਨ ਵਾਲਾ ਕੰਮ ਮਿਲ ਗਿਆ। ਠੀਕ ਹੈ, ਪਤਾ ਲੱਗ ਗਿਆ। ਅੱਗੇ ਚਲੀਏ, ਯੂ ਮਸਟ ਨੈਵਰ ਟੈਕਸਟ ਐਂਡ ਡਰਾਈਵ, ਅਰਥਾਤ ਫੋਨ ਉੱਤੇ ਕਦੀ ਵੀ ਵਟਸਐਪ ਮੈਸੇਜ ਜਾਂ ਟੈਕਸਟ ਮੈਸੇਜ ਨਹੀਂ ਕਰਨਾ ਤੇ ਨਾਲ ਨਾਲ ਡਰਾਈਵਿੰਗ ਨਹੀਂ ਕਰਨੀ ਹੈ। ਇਹ ਦੋਨੋਂ ਕੰਮ ਇਕੱਠੇ ਨਹੀਂ ਕਰਨੇ। ਹੁਣ ਮੈਨੂੰ ਸਿੱਧਾ ਪੁਆਇੰਟ ਮਿਲ ਗਿਆ, ਨੈਵਰ, ਨਾ ਕਰਨ ਵਾਲਾ ਕੰਮ। ਇਟ ਇਜ਼ ਨੈਵਰ ਐਕਸੈਪਟੇਬਲ, ਇਹ ਕਦੀ ਵੀ ਪ੍ਰਵਾਨ ਨਹੀਂ ਕੀਤਾ ਜਾ ਸਕਦਾ। ਕੀ ਨਹੀਂ ਪ੍ਰਵਾਨ ਕੀਤਾ ਜਾ ਸਕਦਾ, ਟੂ ਰਾਈਟ ਟੈਕਸਟ ਮੈਸੇजेस ਵਨ ਡਰਾਈਵਿੰਗ, ਚਾਹੇ ਜਿੰਨੀ ਮਰਜ਼ੀ ਐਮਰਜੈਂਸੀ ਹੋ ਜਾਏ, ਤੁਸੀਂ ਕਹੋ ਇਹ ਹੋ ਗਿਆ ਸੀ, ਉਹ ਹੋ ਗਿਆ ਸੀਗਾ, ਫਲਾਣੇ ਦੇ ਘਰ ਇਹ ਹੋ ਗਿਆ, ਮੌਤ ਹੋ ਗਈ ਸੀ, ਇੱਥੇ ਸਾਡਾ ਐਕਸੀਡੈਂਟ ਹੋ ਗਿਆ ਸੀ, ਨਾ ਨਾ ਨਾ, ਕਿਸੇ ਨੇ ਗੱਲ ਨਹੀਂ ਸੁਣਨੀ। ਕਹਿੰਦੇ ਇਟ ਇਜ਼ ਨੈਵਰ ਐਕਸੈਪਟੇਬਲ, ਜ਼ਿਆਦਾ ਜ਼ਰੂਰੀ ਹੈ ਤੁਸੀਂ ਗੱਡੀ ਸਾਈਡ ਤੇ ਕਰਕੇ ਰੋਕੋ ਤੇ ਜਿੰਨੇ ਮਰਜ਼ੀ ਟੈਕਸਟ ਮੈਸੇਜ ਭੇਜੋ, ਤੇ ਜਦੋਂ ਕੰਮ ਪੂਰਾ ਹੋ ਜਾਏ ਫਿਰ ਗੱਡੀ ਸਟਾਰਟ ਕਰ ਲਓ। ਇਟ ਇਜ਼ ਨੈਵਰ ਐਕਸੈਪਟੇਬਲ, ਹੈ ਕਦੀ ਵੀ ਪ੍ਰਵਾਨ ਨਹੀਂ ਕੀਤਾ ਜਾ ਸਕਦਾ, ਟੂ ਰਾਈਟ ਟੈਕਸਟ ਮੈਸੇजेस ਵੈਨ ਡਰਾਈਵਿੰਗ, ਡਰਾਈਵਿੰਗ ਕਰਦੇ ਹੋਏ ਤੁਸੀਂ ਮੈਸੇਜ ਲਿਖੋ। ਸੋ ਮੈਨੂੰ ਪਤਾ ਲੱਗ ਗਿਆ, ਨਾ ਕਰਨ ਵਾਲਾ ਕੰਮ, ਨੈਵਰ ਟੈਕਸਟ ਐਂਡ ਡਰਾਈਵ, ਪਤਾ ਲੱਗ ਗਿਆ ਜੀ। ਅੱਗੇ ਚਲੀਏ, ਯੂ ਮਸਟ ਆਲਵੇਜ਼ ਅਵੋਇਡ ਡਿਸਟਰੈਕਸ਼ਨਸ, ਡਿਸਟਰੈਕਸ਼ਨ ਹੁੰਦਾ ਬੱਚੋ ਧਿਆਨ ਖਿੰਡਾਉਣ ਵਾਲੀਆਂ ਸਬੱਬ, ਜੋ ਧਿਆਨ ਖਿੰਡਾਉਂਦੇ ਨੇ। ਕਈ ਬੰਦੇ ਡਰਾਈਵਰ ਕੀ ਹੁੰਦੇ ਨੇ, ਨਾਲ ਡਰਾਈਵਿੰਗ ਕਰੀ ਜਾਣਗੇ ਨਾਲ ਖਾਈ ਜਾਣਗੇ, ਤੇ ਪਿੱਛੇ ਜਿਹੜੇ ਰਿਸ਼ਤੇਦਾਰ ਹੁੰਦੇ ਨੇ ਉਹ ਵੀ ਛਿਲ ਕੇ ਦੇਈ ਜਾਣਗੇ, ਇਹ ਜੀ ਇਹ ਸੰਤਰਾ ਖਾ ਲਓ, ਇਹ ਕੇਲਾ ਖਾ ਲਓ। ਉਹ ਵਿਚਾਰਾ ਇੱਧਰ ਨੂੰ ਤੁਹਾਨੂੰ ਮੋੜਦਾ ਤੇ ਉਨੀ ਦੇਰ 'ਚ ਐਕਸੀਡੈਂਟ ਹੋ ਜਾਂਦਾ, ਜਾਂ ਉਹ ਸੀਡੀ ਬਦਲੀ ਜਾਏਗਾ, ਜਾਂ ਉਹ ਕੈਸੇਟ ਬਦਲੀ ਜਾਏਗਾ, ਜਾਂ ਉਹ ਗੱਲਾਂ ਕਰੀ ਜਾਏਗਾ, ਤੇ ਜਾਂ ਫਿਰ ਉਹ ਫੋਨ ਤੇ ਗੱਲਾਂ ਕਰੀ ਜਾਏਗਾ। ਇਹ ਸਾਰੀਆਂ ਧਿਆਨ ਖਿੰਡਾਉਣ ਵਾਲੀਆਂ ਗੱਲਾਂ ਨੇ। ਡਰਾਈਵਿੰਗ ਵੇਲੇ ਸਾਰਾ ਧਿਆਨ ਡਰਾਈਵਿੰਗ ਵੱਲ ਹੋਣਾ ਚਾਹੀਦਾ ਹੈ। ਉਸ ਵੇਲੇ ਖਾਣ ਪੀਣ ਦੇ ਕੰਮ, ਗੱਲਾਂ ਵਾਲੇ ਕੰਮ, ਹਾਸੇ ਠੱਠੇ ਵਾਲੇ ਕੰਮ, ਜਾਂ ਉੱਚੀ ਉੱਚੀ ਮਿਊਜ਼ਿਕ ਲਗਾਉਣਾ, ਨੱਚਣਾ ਕੁੱਦਣਾ, ਜਾਂ ਨਿਆਣੇ ਦੇ ਨਾਲ ਖੇਡੇ ਪੈਣਾ। ਕਈ ਵਾਰ ਨਿਆਣੇ ਨਾਲ ਹੁੰਦੇ ਨੇ, ਉਹਨਾਂ ਨਾਲ ਨਿਆਣੇ ਜਿਹੜੇ ਸਿਆਣੇ ਨੇ ਡਰਾਈਵਰ ਉਹ ਖੇਡੇ ਪੈ ਜਾਂਦੇ ਨੇ। ਸੋ ਯੂ ਮਸਟ ਆਲਵੇਜ਼ ਅਵੋਇਡ ਡਿਸਟਰੈਕਸ਼ਨਸ, ਡਿਸਟਰੈਕਸ਼ਨ ਜਿਹੜੀਆਂ ਧਿਆਨ ਖਿੰਡਾਉਣ ਵਾਲੀਆਂ, ਡਿਸਟਰੈਕਸ਼ਨ मतलब ਧਿਆਨ ਖਿੰਡਾਉਣਾ। ਧਿਆਨ ਕਿੱਥੋਂ ਖਿੰਡਾਉਣਾ, ਧਿਆਨ ਖਿੰਡਾਉਣਾ ਡਰਾਈਵਿੰਗ ਤੋਂ, ਡਰਾਈਵਿੰਗ ਤੋਂ ਧਿਆਨ ਖਿੰਡਾਉਣ ਦਾ ਜਿਹੜਾ ਸਬੱਬ ਨੇ ਉਹਨਾਂ ਨੂੰ ਅਵੋਇਡ ਕਰਨਾ ਚਾਹੀਦਾ। ਚੇਂਜਿੰਗ ਸੀਡੀ, ਜਿੱਦਾਂ ਸੀਡੀ ਚੇਂਜ ਕਰਨਾ, ਯੂਜ਼ਿੰਗ ਸੈੱਲ ਫੋਨ, ਮੋਬਾਈਲ ਫੋਨ ਵਰਤਣਾ, ਈਟਿੰਗ ਖਾਣਾ, ਐਂਡ ਇੰਟਰੈਕਟਿੰਗ ਵਿਦ ਪੈਸੇਂਜਰਸ, ਜਿਹੜੇ ਹੋਰ ਪੈਸੇਂਜਰ ਬੈਠੇ ਨੇ ਉਹਨਾਂ ਨਾਲ ਧੌਣ ਮੋੜ ਕੇ ਇੱਧਰ ਉੱਧਰ ਗੱਲਾਂ ਕਰੀ ਜਾਣੀਆਂ। ਐਂਡ ਸਮ ਐਗਜ਼ਾਮਪਲਸ ਆਫ ਡਿਸਟਰੈਕਸ਼ਨ ਆਰ ਸਮ ਐਗਜ਼ਾਮਪਲਸ ਆਫ ਡਿਸਟਰੈਕਸ਼ਨ, ਇਹ ਕੁਝ ਉਦਾਹਰਣ ਨੇ ਵੀ ਇਹ ਕੰਮ ਨਹੀਂ ਕਰਨੇ ਚਾਹੀਦੇ, ਦੈਟ ਯੂ ਸ਼ੁਡ ਅਵੋਇਡ ਵੈਨ ਡਰਾਈਵਿੰਗ। ਹੁਣ ਬੱਚਿਓ, ਇੱਥੇ ਵੀ ਨਾ ਕਰਨ ਵਾਲੇ ਕੰਮ ਦਾ ਪਤਾ ਲੱਗ ਗਿਆ ਵੀ, ਜਾਂ ਕਰਨ ਵਾਲਾ ਕੰਮ ਕਿਹੜਾ, ਅਵੋਇਡ ਡਿਸਟਰੈਕਸ਼ਨਸ, ਅਰਥਾਤ ਧਿਆਨ ਖਿੰਡਾਉਣ ਵਾਲੇ ਜਿੰਨੇ ਵੀ ਸਬੱਬ ਨੇ ਉਹਨਾਂ ਤੋਂ ਬਚਣਾ ਹੈ ਹਮੇਸ਼ਾ। ਅੱਗੇ ਚਲੀਏ, ਕਹਿੰਦੇ ਯੂ ਮਸਟ ਨੈਵਰ ਡਰਿੰਕ ਐਂਡ ਡਰਾਈਵ। ਬੱਚਿਓ, ਇਹ ਤੇ ਚਲੋ ਹੁਣ ਜਿਹੜੀ ਟ੍ਰੈਫਿਕ ਜਿਹੜੀ ਸਰਕਾਰ ਏ, ਉਹਨਾਂ ਨੇ ਕੋਈ ਧਾਰਮਿਕ ਉਪਦੇਸ਼ ਥੋੜ੍ਹੀ ਦੇਣਾ, ਉਹਨਾਂ ਨੇ ਤੇ ਆਪਣਾ ਡਰਾਈਵਿੰਗ ਦੇ ਹਿਸਾਬ ਨਾਲ ਕਹਿਣਾ ਵੀ ਯੂ ਮਸਟ ਨੈਵਰ ਡਰਿੰਕ ਐਂਡ ਡਰਾਈਵ। ਪਰ ਬੱਚਿਓ, ਮੈਂ ਤੁਹਾਨੂੰ ਕੀ ਕਹਾਂਗਾ, ਬਤੌਰ ਤੁਹਾਡੇ ਟੀਚਰ, ਬਤੌਰ ਇੱਕ ਮੈਂ ਤੁਹਾਡਾ ਵੱਡਾ ਭਰਾ ਕਹਿ ਲਓ, ਅੰਕਲ ਕਹਿ ਲਓ, ਜੋ ਟੀਚਰ ਕਹਿ ਲਓ, ਮੈਂ ਕਹਾਂਗਾ ਬੱਚਿਓ ਯੂ ਮਸਟ ਨੈਵਰ ਡਰਿੰਕ, ਤੁਹਾਨੂੰ ਕਦੀ ਡਰਿੰਕ ਨਹੀਂ ਕਰਨਾ ਚਾਹੀਦਾ। ਇਹ ਡਰਿੰਕਿੰਗ ਪਤਾ ਕੀ ਬੱਚਿਓ, ਇਹ ਦੇਖੋ ਇਹ ਸਰਕਾਰ ਦੀ ਸ਼ਰਾਰਤ ਹੈ, ਯੂ ਮਸਟ ਨੈਵਰ ਡਰਿੰਕ ਐਂਡ ਡਰਾਈਵ। ਵੀ ਮਤਲਬ ਜਿਹੜੇ ਡਰਾਈਵਿੰਗ ਨਹੀਂ ਕਰਨੀ ਉਸ ਵੇਲੇ ਦਾਰੂ ਪੀ ਲਓ, ਕਿਉਂਕਿ ਸਰਕਾਰ ਨੂੰ ਦਾਰੂ ਤੋਂ 40% ਐਕਸਾਈਜ਼ ਡਿਊਟੀ ਹੁੰਦੀ ਹੈ। ਬੱਚਿਓ, ਜਿੰਨੇ ਮਿਨਿਸਟਰ ਜਿਹੜੀਆਂ ਐਸ਼ਾਂ ਕਰਦੇ ਨੇ, ਗੱਡੀਆਂ 'ਚ ਘੁੰਮਦੇ ਨੇ, ਹਵਾਈ ਜਹਾਜ਼ਾਂ 'ਚ ਸੈਰਾਂ ਕਰਦੇ ਨੇ, ਇਹ ਤੁਹਾਡੀਆਂ ਅਰਥੀਆਂ ਤੇ, ਤੁਹਾਡੀ ਕਬਰਾਂ ਤੇ ਐਸ਼ਾਂ ਕਰਦੇ ਨੇ, ਤੁਹਾਨੂੰ ਲੁੱਟਦੇ ਨੇ, ਤੁਹਾਡੇ ਪਰਿਵਾਰਾਂ ਨੂੰ ਤਬਾਹ ਕਰਦੇ ਨੇ, ਤੁਹਾਡੇ ਪਿੰਡਾਂ ਦੇ ਮੁੱਢ ਤੇ ਠੇਕੇ ਖੋਲ੍ਹਦੇ ਨੇ ਵੀ ਤੁਸੀਂ ਦਾਰੂ ਪੀਓ, ਦਾਰੂ ਪੀ ਕੇ ਸੁੱਤੇ ਰਹੋ, ਨਾਲੇ ਪੈਸੇ ਖਰਚੋ ਤੇ ਨਾਲੇ ਤੁਸੀਂ ਨਕਾਰਾ ਹੋ ਜਾਓਗੇ, ਸਰਕਾਰ ਤੋਂ ਸਵਾਲ ਪੁੱਛਣ ਜੋਗੇ ਵੀ ਨਹੀਂ ਰਹੋਗੇ। ਸੋ ਬੱਚਿਓ, ਮੈਂ ਇੱਥੇ ਕਹਿੰਦਾ ਯੂ ਮਸਟ ਨੈਵਰ ਡਰਿੰਕ, ਕਦੀ ਵੀ ਨਹੀਂ ਡਰਿੰਕ ਕਰਨਾ ਚਾਹੀਦਾ। ਡਰਿੰਕ ਕਰਕੇ ਬੱਚਿਓ ਤੁਹਾਡੇ ਪੈਸੇ ਵੀ ਬਰਬਾਦ, ਤੁਹਾਡੀ ਸਿਹਤ ਵੀ ਬਰਬਾਦ, ਤੁਹਾਡਾ ਪਰਿਵਾਰ ਵੀ ਜੁੜ ਗਿਆ, ਤੁਹਾਡੀ ਇੱਜ਼ਤ ਵੀ ਨਹੀਂ ਰਹਿ ਗਈ, ਤੇ ਤੁਹਾਡਾ ਲੀਵਰ ਗਿਆ, ਤੁਹਾਡਾ ਹਾਰਟ ਗਿਆ, BP ਹੋ ਗਿਆ, ਬਿਮਾਰੀਆਂ ਹੀ ਬਿਮਾਰੀਆਂ। ਮੈਂ ਆਪਣੇ ਕਿੰਨੇ ਰਿਸ਼ਤੇਦਾਰਾਂ ਨੂੰ ਨਰਕ ਭੋਗ ਕੇ ਮਰਦੇ ਦੇਖਿਆ ਹੈ, ਸਿਰਫ ਇਸ ਕਰਕੇ ਕਿ ਉਹ ਦਾਰੂ ਪੀਂਦੇ ਸੀਗੇ। ਸੋ ਯੂ ਮਸਟ ਨੈਵਰ ਡਰਿੰਕ ਐਂਡ ਡਰਾਈਵ। ਚਲੋ ਅਸੀਂ ਤੇ ਹੁਣ ਲੈਸਨ ਪੜ੍ਹਨਾ ਤੇ ਜਿਸ ਹਿਸਾਬ ਨਾਲ ਕਿਹਾ ਵੀ ਕਦੀ ਵੀ
दारू पी के ड्राइव नहीं करनी। पर मैं फिर कह रहा बच्चों, सानू दारू कभी भी पीनी ही नहीं चाहिए ताकि नौबत ही ना आए, ठीक है। सो ड्राइविंग वैन यू आर अंडर द इन्फ्लुएंस ऑफ एल्कोहल, इन्फ्लुएंस होंदा असर, ਕਹਿੰਦੇ ਉਸ ਵੇਲੇ ਡਰਾਈਵਿੰਗ ਕਰਨੀ ਜਦੋਂ ਤੁਸੀਂ ਅਲਕੋਹਲ ਦੀ ਸ਼ਰਾਬ ਦੇ ਅਸਰ ਹੇਠ ਹੁੰਦੇ ਹੋ, ਅੰਡਰ ਦੀ ਇਨਫਲੂਐਂਸ ਆਫ ਅਲਕੋਹਲ ਅਰਥਾਤ ਸ਼ਰਾਬ ਦੇ ਅਸਰ ਹੇਠ ਹੁੰਦੇ ਹੋ, ਕੈਨ ਬੀ ਵੈਰੀ ਡੇਂਜਰਸ, ਇਹ ਬਹੁਤ ਖਤਰਨਾਕ ਹੋ ਸਕਦਾ ਹੈ। ਤੁਹਾਨੂੰ ਪਤਾ ਬੱਚਿਓ, ਹਰ ਰੋਜ਼ ਕਿੰਨੇ ਹੀ ਬੰਦੇ ਸਿਰਫ ਇਸ ਕਰਕੇ ਸੜਕਾਂ ਤੇ ਮਰ ਜਾਂਦੇ ਨੇ ਕਿਉਂਕਿ दारू ਪੀ ਕੇ ਗੱਡੀ ਚਲਾਈ ਜਾ ਰਹੀ ਸੀ। ਫॉर द ਡਰਾਈਵਰ ਐਂਡ ਆਲਸੋ ਫॉर ਅਦਰਸ ਔਨ ਦੀ ਰੋਡ, ਡਰਾਈਵਰ ਲਈ ਵੀ ਖਤਰਨਾਕ ਹੈ ਤੇ ਦੂਜੇ ਲੋਕਾਂ ਲਈ ਵੀ ਖਤਰਨਾਕ ਹੈ। ਯੂ ਮਸਟ ਆਲਵੇਜ਼ ਗਿਵ, ਹੁਣ ਇੱਥੇ ਇਹਦਾ ਕੀ ਮਿਲ ਗਿਆ, ਡੋਂਟ ਦਾ ਸਾਨੂੰ ਪਤਾ ਲੱਗ ਗਿਆ ਕੀ ਨਹੀਂ ਕਰਨਾ, ਡੋਂਟ ਡਰਿੰਕ ਐਂਡ ਡਰਾਈਵ। ਯੂ ਮਸਟ ਆਲਵੇਜ਼ ਗਿਵ ਰਾਈਟ ਆਫ ਵੇ, ਰਾਈਟ ਆਫ ਵੇ ਹੁੰਦਾ ਬੱਚਿਓ ਜਿਹਦਾ ਸੜਕ ਤੇ ਜਿੱਦਾਂ ਹੱਕ ਬਣਦਾ, ਰੂਲ ਬਣੇ ਹੋਏ ਨੇ ਉਹਨੂੰ ਲੰਘ ਲੈਣ ਜਾਣਾ ਚਾਹੀਦਾ ਹੈ। ਜਿੱਦਾਂ ਅਸੀਂ ਕਹਿੰਦੇ ਹਾਂ ਡੂ ਨਾਟ ਓਵਰਟੇਕ ਇਨ ਔਨ ਬਲਾਈਂਡ ਵੈਂਟਸ, ਜਿੱਥੇ ਓਲਾ ਆ ਜਾਂਦਾ ਨਾ, ਮੋੜ ਆਉਂਦਾ, ਓਲਾ ਪੈਂਦਾ, ਉੱਥੇ ਕਦੀ ਸਾਨੂੰ ਓਵਰਟੇਕ ਨਹੀਂ ਕਰਨਾ ਚਾਹੀਦਾ। ਧੁੰਦ ਵਿੱਚ ਸਾਨੂੰ ਓਵਰਟੇਕ ਨਹੀਂ ਕਰਨਾ ਚਾਹੀਦਾ। ਜਿਹੜਾ ਟ੍ਰੈਫਿਕ ਸਾਡੇ ਸੱਜੇ ਪਾਸੇ ਵੇ, ਜਿਹੜਾ ਵਾਹਨ ਸਾਡੇ ਸੱਜੇ ਪਾਸੇ ਵੇ ਉਹਨੂੰ ਲੰਘ ਲੈਣ ਜਾਣਾ ਚਾਹੀਦਾ ਹੈਗਾ। ਇਹ ਇੰਡੀਆ 'ਚ ਰੂਲ ਹੈ ਕਿ ਜੋ ਸਾਡੇ ਸੱਜੇ ਪਾਸੇ ਉਹਨੂੰ ਲੰਘ ਲੈਣ ਜਾਣਾ ਚਾਹੀਦਾ, ਉਹਨੂੰ ਕਹਿੰਦੇ ਰਾਈਟ ਆਫ ਵੇ। ਯੂ ਮਸਟ ਆਲਵੇਜ਼ ਗਿਵ ਰਾਈਟ ਆਫ ਵੇ ਵੈਨ ਅਦਰ ਡਰਾਈਵਰਸ ਹੈਵ ਦੀ ਰਾਈਟ ਆਫ ਵੇ, ਬੀ ਸ਼ੋਰ ਟੂ ਗਿਵ ਟੂ ਦੈਮ ਆਲਸੋ। ਕਹਿੰਦੇ ਜਦੋਂ ਦੂਜਿਆਂ ਦਾ ਹੱਕ ਇੱਦਾਂ ਬਣੇ ਵੀ ਉਹਨਾਂ ਦਾ ਹੱਕ ਬਣਦਾ ਅੱਗੇ ਨਿਕਲਣ ਦਾ, ਤੇ ਉਹਨਾਂ ਨੂੰ ਲੰਘ ਲੈਣ ਜਾਣਾ ਚਾਹੀਦਾ, ਉਹਨਾਂ ਦੇ ਅੜੀ ਨਹੀਂ ਕਰਨੀ ਚਾਹੀਦੀ, ਤੇ ਇਹਨੂੰ ਮੁੱਛ ਦਾ ਸਵਾਲ ਨਹੀਂ ਬਣਾਉਣਾ ਚਾਹੀਦਾ, ਤੇ ਨਾ ਹੀ ਸੜਕਾਂ ਦੇ ਉੱਤੇ ਰੇਸਾਂ ਲਾਉਣੀਆਂ ਚਾਹੀਦੀਆਂ। Also don't make the mistake of assuming that everyone else will yield to you, ਤੇ ਕਹਿੰਦੇ ਇਸ ਭੁਲੇਖੇ 'ਚ ਕਦੀ ਨਹੀਂ ਰਹਿਣਾ ਕਿ ਤੁਸੀਂ ਕੋਈ ਸਪੈਸ਼ਲ ਬੰਦੇ ਹੈਗੇ ਹੋ ਸੜਕ ਦੇ ਉੱਤੇ ਤੇ ਸਾਰੇ ਜਿਹੜੇ ਹੈਗੇ ਨੇ ਉਹ ਤੁਹਾਨੂੰ ਰਾਹ ਦੇਈ ਜਾਣਗੇ। ਇਹ ਮੰਨ ਕੇ ਕਦੀ ਨਹੀਂ ਚੱਲਣਾ, ਇਹ ਬੜਾ ਗੈਰ ਜ਼ਿੰਮੇਵਾਰੀ ਵਾਲਾ ਐਟੀਟਿਊਡ ਹੈਗਾ। ਸੋ ਇੱਦਾਂ ਦੇ ਅਹੰਕਾਰ ਵਾਲੀ ਬਿਰਤੀ ਤੋਂ ਬਚਣਾ ਤੇ ਨਿਮਾਣੇ ਹੋ ਕੇ ਤੇ ਸੁਚੱਜੇ ਢੰਗ ਨਾਲ ਗੱਡੀ ਚਲਾਉਣੀ ਹੈ। ਤੇ ਕਦੀ ਇਹ ਮੰਨ ਕੇ ਨਹੀਂ ਚੱਲਣਾ ਵੀ ਤੁਸੀਂ ਸੜਕ ਤੇ ਹੈਗੇ ਹੋ, ਤੁਸੀਂ ਫਲਾਣੇ ਸਰਪੰਚ ਹੈਗੇ ਹੋ, ਜਾਂ ਤੁਸੀਂ ਫਲਾਣੇ ਹੈਗੇ ਹੋ, ਜਾਂ ਫਲਾਣੇ ਤੁਹਾਡਾ MLA ਤੁਹਾਨੂੰ ਕੋਈ ਜਾਣਦਾ ਤੇ ਤੁਸੀਂ ਜਿੱਦਾਂ ਮਨ ਆਈਆਂ ਕਰ ਸਕਦੇ ਹੋ। ਤੇ ਐਵਰੀਵਨ ਵਿਲ ਯੀਲਡ ਟੂ ਯੂ, ਯੀਲਡ ਟੂ ਯੂ ਮਤਲਬ ਕਿ ਤੁਹਾਡੇ ਮੂਹਰੇ ਗੋਡੇ ਟੇਕ ਦੇਗਾ ਜਾਂ ਤੁਹਾਨੂੰ ਰਾਹ ਦੇ ਦੇਗਾ। ਇੱਦਾਂ ਕਦੀ ਵੀ ਮੰਨ ਕੇ ਨਹੀਂ ਚੱਲਣਾ ਚਾਹੀਦਾ, ਕਿਉਂਕਿ ਦੂਜੇ ਬੰਦਾ ਕਿਹੋ ਜਿਹਾ ਹੈਗਾ ਅਸੀਂ ਨਹੀਂ ਜਾਣਦੇ। ਇਸ ਕਰਕੇ ਆਪਣਾ ਬਚਾਅ ਅਸੀਂ ਆਪ ਕਰਨਾ ਹੈ। ਫਿਰ ਆ ਗਿਆ ਯੂ ਮਸਟ ਆਲਵੇਜ਼ ਸ਼ੇਅਰ ਦੀ ਰੋਡ, ਜਿਹੜੀ ਸੜਕ ਹੈ ਉਹ ਸਾਂਝੀ ਹੈ ਤੇ ਸੜਕ ਨੂੰ ਸਾਂਝੀ ਕਰਨਾ ਹੈ। ਸੜਕ ਕਿਸੇ ਦੀ ਨਿੱਜੀ ਜਾਇਦਾਦ ਨਹੀਂ ਹੈਗੀ, ਠੀਕ ਹੈ। ਇਹ ਸਾਡਾ ਖੇਤ ਨਹੀਂ ਹੈਗਾ ਜਿੱਥੇ ਜਿੱਦਾਂ ਮਰਜ਼ੀ ਮੈਂ ਟਰੈਕਟਰ ਚਲਾਈ ਜਾਵਾਂ, ਠੀਕ ਹੈ। ਰਿਮੈਂਬਰ ਦੈਟ ਯੂ ਆਰ ਨਾਟ ਦੀ ਓਨਲੀ ਡਰਾਈਵਰ ਔਨ ਦਾ ਰੋਡ, ਹਮੇਸ਼ਾ ਚੇਤੇ ਰੱਖੋ ਕਿ ਸੜਕ ਦੇ ਉੱਤੇ ਤੁਸੀਂ ਇਕੱਲੇ ਡਰਾਈਵਰ ਨਹੀਂ ਹੈਗੇ, ਹੋਰ ਵੀ ਬਹੁਤ ਸਾਰੀ ਗੱਡੀਆਂ ਚੱਲਦੀਆਂ ਪਈਆਂ, ਉਹਨਾਂ ਦਾ ਵੀ ਉਨਾ ਹੀ ਹੱਕ ਬਣਦਾ ਹੈ ਜਿੰਨਾ ਤੁਹਾਡਾ ਹੱਕ ਹੈ। ਐਨ ਇੰਪੋਰਟੈਂਟ ਸੇਫਟੀ ਟਿਪ ਦੈਟ ਐਵਰੀਵਨ ਨੀਡਸ ਟੂ ਫੋਲੋ, ਜਿਹੜੀ ਇੱਕ ਮਾੜੀ ਮਹੱਤਵਪੂਰਨ ਸੁਰੱਖਿਆ ਦਾ ਜਿਹੜਾ ਨੁਕਤਾ ਹੈ ਜੋ ਹਰ ਕਿਸੇ ਨੂੰ ਮੰਨਣਾ ਚਾਹੀਦਾ ਹੈ, ਪਾਲਣਾ ਕਰਨੀ ਚਾਹੀਦੀ ਹੈ, ਇਜ਼ ਦਾ ਨੀਡ ਟੂ ਸ਼ੇਅਰ ਦਾ ਰੋਡ ਵਿਦ ਅਦਰਸ ਗ੍ਰੇਸ਼ੀਅਸਲੀ। ਗ੍ਰੇਸ਼ੀਅਸਲੀ ਬਣੇ ਬੜੇ ਮਾਣ ਸਤਿਕਾਰ ਦੇ ਨਾਲ, ਬੜੇ ਅਦਬ ਦੇ ਨਾਲ ਇਹ ਸੜਕ ਜਿਹੜੀ ਹੈ ਸਾਂਝੀ ਕਰਨੀ ਚਾਹੀਦੀ ਹੈ। ਅਰਥਾਤ ਇਹ ਮੰਨ ਕੇ ਚੱਲਣਾ ਚਾਹੀਦਾ ਹੈ ਕਿ ਜਿਹੜੀ ਸੜਕ ਹੈ ਇਹ ਸਾਰੇ ਸਮਾਜ ਵਿੱਚ ਵਿਚਰਨ ਵਾਲੇ ਬੰਦਿਆਂ ਦੀ ਸਾਂਝੀ ਹੈਗੀ ਹੈ ਤੇ ਸਾਰਿਆਂ ਦਾ ਬਰਾਬਰ ਦਾ ਹੱਕ ਬਣਦਾ ਹੈ। ਰੈਕੋਗਨਾਈਜ਼ਿੰਗ ਦੈਟ ਆਲ ਡਰਾਈਵਰਸ ਡਿਜ਼ਰਵ ਟੂ ਬੀ ਟ੍ਰੀਟਡ ਵਿਦ ਰਿਸਪੈਕਟ, ਤੇ ਸਾਰਿਆਂ ਦਾ ਜਿਹੜਾ ਵਰਤਾਅ ਹੈ, ਸਾਡਾ ਵਰਤਾਰਾ ਹੈ, ਉਹ ਸਾਰਾ ਮਾਣ ਸਤਿਕਾਰ ਵਾਲਾ ਹੋਣਾ ਚਾਹੀਦਾ ਹੈ। ਸੋ ਬੱਚੋ ਦੇਖੋ ਇੱਧਰੋਂ ਸਾਨੂੰ 9 ਪੁਆਇੰਟ ਮਿਲ ਗਏ, ਇਹਨਾਂ ਵਿੱਚੋਂ ਕੁਝ ਕਰਨ ਵਾਲੇ ਸੀਗੇ ਤੇ ਕੁਝ ਨਾ ਕਰਨ ਵਾਲੇ ਸੀਗੇ, ਤੇ ਉਹਨੂੰ ਬੱਚੋ ਇੱਦਾਂ ਤੁਸੀਂ ਤਿਆਰ ਕਰ ਲੈਣਾ, ਐਵੇਂ ਤੁਹਾਡੇ ਲਈ ਬਣਾ ਦਿੱਤੇ ਨੇ। ਦੇਖੋ ਯੂ ਮਸਟ ਆਲਵੇਜ਼, ਤੁਹਾਨੂੰ ਹਮੇਸ਼ਾ ਕਰਨਾ ਚਾਹੀਦਾ ਹੈ। ਡੂਜ਼, ਯੂ ਮਸਟ ਨੈਵਰ, ਤੁਹਾਨੂੰ ਇਹ ਸਭ ਕਦੀ ਵੀ ਨਹੀਂ ਕਰਨਾ ਚਾਹੀਦਾ। ਡੋਂਟਸ, ਕਿਹੜੇ ਕਿਹੜੇ ਪੁਆਇੰਟ ਨੇ? ਯੂ ਮਸਟ ਆਲਵੇਜ਼, ਇਹ ਦੇਖੋ ਬੱਚੋ ਇਹ ਜਿੰਨਾ ਲਿਖਿਆ ਨਾ ਇਹ ਤੋਂ ਪਹਿਲੇ ਇਹ ਜੋੜਨਾ ਹੈ। ਯੂ ਮਸਟ ਆਲਵੇਜ਼ ਸਟੇ ਅਲਰਟ, ਤੁਹਾਨੂੰ ਹਮੇਸ਼ਾ ਚੁਕੰਨੇ ਰਹਿਣਾ ਚਾਹੀਦਾ ਹੈ। ਫਿਰ ਆ ਗਿਆ ਦੂਜਾ ਪੁਆਇੰਟ, ਯੂ ਮਸਟ ਆਲਵੇਜ਼ ਵੀਅਰ ਸੀਟ ਬੈਲਟ, ਤੁਹਾਨੂੰ ਹਮੇਸ਼ਾ ਸੀਟ ਬੈਲਟ ਪਾਣੀ ਚਾਹੀਦੀ ਹੈ। ਹੁਣ ਦੇਖੋ ਬੱਚੋ ਇੱਥੇ 2 ਸ਼ਬਦ ਨੇ, ਇੱਥੇ 2 ਸ਼ਬਦ ਨੇ, 1 2 3 ਸ਼ਬਦ ਨੇ, ਕਿਤੇ ਵੀ ਮੈਂ ਦੇਖੋ ਇੱਥੇ 4 ਸ਼ਬਦ ਨੇ, ਉਹਨਾਂ ਨੇ ਕਿਹਾ 3 ਤੋਂ ਲੈ ਕੇ 5 ਸ਼ਬਦਾਂ ਵਿੱਚ ਪੁਆਇੰਟ ਲਿਖਣੇ ਨੇ, ਮੈਂ 5 ਤੱਕ ਵੀ ਨਹੀਂ ਪਹੁੰਚਿਆ, ਸਿਰਫ 4 ਸ਼ਬਦ, 4 ਕਿਤੇ 2 ਕਿਤੇ 3 ਸ਼ਬਦ ਨੇ, ਠੀਕ ਹੈ। ਯੂ ਮਸਟ ਆਲਵੇਜ਼ ਫੋਲੋ ਟ੍ਰੈਫਿਕ ਸਿਗਨਲਸ, ਤੁਹਾਨੂੰ ਹਮੇਸ਼ਾ ਟ੍ਰੈਫਿਕ ਸਿਗਨਲਸ ਦਾ ਪਾਲਣ ਕਰਨਾ ਚਾਹੀਦਾ ਹੈ। ਯੂ ਮਸਟ ਆਲਵੇਜ਼ ਅਵੋਇਡ ਡਿਸਟਰੈਕਸ਼ਨਸ, ਤੁਹਾਨੂੰ ਧਿਆਨ ਖਿੰਡਾਉਣ ਦੇ ਸਬਬ ਹਮੇਸ਼ਾ ਇਹਨਾਂ ਤੋਂ ਬਚਣਾ ਚਾਹੀਦਾ ਹੈ। ਯੂ ਮਸਟ ਆਲਵੇਜ਼ ਗਿਵ ਰਾਈਟ ਆਫ ਵੇ, ਅਰਥਾਤ ਜਿਹਦਾ ਹੱਕ ਬਣਦਾ ਹੈ ਉਹਨੂੰ ਰਾਹ ਦੇਣਾ ਚਾਹੀਦਾ ਹੈ। ਯੂ ਮਸਟ ਆਲਵੇਜ਼ ਬੀ ਕੰਸੀਡਰੇਟ, ਕੰਸੀਡਰੇਟ ਹੁੰਦਾ ਬੱਚੋ ਸਵਾਰਥੀ ਦਾ ਉਲਟਾ, ਕੰਸੀਡਰੇਟ ਹੁੰਦਾ ਦੂਜਿਆਂ ਦਾ ਖਿਆਲ ਰੱਖਣਾ ਚਾਹੀਦਾ ਹੈ।
ਇਹ ਮੰਨ ਕੇ ਚੱਲਣਾ ਚਾਹੀਦਾ ਕਿ ਉਹ ਵੀ ਡਰਾਈਵਰ ਕਿਸੇ ਕੰਮ ਨੂੰ ਸੜਕਾਂ ਤੇ ਆਏ ਨੇ, ਉਹਨਾਂ ਦਾ ਵੀ ਹੱਕ ਬਣਦਾ ਹੈ। ਉਹਨੂੰ ਕਹਿੰਦੇ ਬੀ ਕੰਸੀਡਰੇਟ। ਫਿਰ ਕਹਿੰਦਾ ਯੂ ਮਸਟ ਨੈਵਰ ਜੰਪ ਆ ਰੈੱਡ ਲਾਈਟ, ਅਰਥਾਤ ਤੁਹਾਨੂੰ ਕਦੀ ਵੀ ਲਾਲ ਬੱਤੀ ਤੋਂ ਅੱਗੇ ਨਹੀਂ ਲੰਘਣਾ ਚਾਹੀਦਾ। ਯੂ ਮਸਟ ਨੈਵਰ ਟੈਕਸਟ ਵਾਈਲ ਡਰਾਈਵਿੰਗ, ਤੁਹਾਨੂੰ ਡਰਾਈਵਿੰਗ ਕਰਦੇ ਹੋਏ ਕਦੀ ਵੀ ਮੈਸੇਜਿੰਗ, ਟੈਕਸਟਿੰਗ, ਟਾਈਪਿੰਗ ਨਹੀਂ ਕਰਨੀ ਚਾਹੀਦੀ। ਫਿਰ ਹੈਗਾ ਯੂ ਮਸਟ ਨੈਵਰ ਡਰਿੰਕ ਐਂਡ ਡਰਾਈਵ, ਤੁਹਾਨੂੰ ਕਦੀ ਵੀ ਦਾਰੂ ਪੀ ਕੇ ਗੱਡੀ ਨਹੀਂ ਚਲਾਉਣੀ ਚਾਹੀਦੀ। ਮੈਂ ਫਿਰ ਕਹਾਂਗਾ ਤੁਹਾਨੂੰ ਕਦੀ ਵੀ ਦਾਰੂ ਨਹੀਂ ਪੀਣੀ ਚਾਹੀਦੀ। ਬੱਚਿਓ, ਇੱਕ ਦਾਰੂ ਤੋਂ ਬਚੋਗੇ ਨਾ ਤੇ ਹਜ਼ਾਰਾਂ ਸਮੱਸਿਆਵਾਂ ਤੋਂ ਬਚ ਜਾਓਗੇ। ਪੈਸਾ ਵੀ ਬਚਿਆ, ਸਿਹਤ ਵੀ ਵਧੀਆ, ਸਮਾਜ 'ਚ ਇੱਜ਼ਤ ਵੀ, ਪਰਿਵਾਰ ਵੀ ਸੁਖੀ, ਧਨ ਹੀ ਧਨ। ਮਤਲਬ ਕਿ ਨਾ ਸਰੀਰਕ ਪੱਖੋਂ ਨੁਕਸਾਨ, ਨਾ ਸਮਾਜਿਕ ਪੱਖੋਂ ਨੁਕਸਾਨ, ਨਾ ਆਤਮਿਕ ਪੱਖੋਂ ਨੁਕਸਾਨ, ਨਾ ਆਰਥਿਕ ਪੱਖੋਂ ਨੁਕਸਾਨ। ਸੋ ਇਹ ਜਿੱਤੇ ਬੱਚੋ, ਕਦੇ ਹਮੇਸ਼ਾ ਮਾੜੀ ਸੰਗਤ ਤੋਂ ਬਚੋ ਤੇ ਦਾਰੂ ਤੋਂ ਬਚੋ। ਸੋ ਇਹ ਗਲਤੀ ਨਹੀਂ ਕਰਨੀ ਹੈ। ਡਰਿੰਕ ਐਂਡ ਡਰਾਈਵ ਇਹ ਤੇ ਸਿਰਫ ਚਲੋ ਸਾਡਾ ਸਕੂਲ ਦਾ ਇੱਕ ਸਬਕ ਹੈ, ਪਰ ਜੋ ਅਸਲੀ ਮੈਸੇਜ ਹੈ ਉਹ ਹੈ ਨੈਵਰ ਡਰਿੰਕ। ਮੈਂ ਤਾਂ ਇਹ ਕਹਾਂਗਾ ਨੈਵਰ ਐਵਰ ਡਰਿੰਕ, ਤੇ ਸਾਡੇ ਲਈ ਤਾਂ ਲਾਗੂ ਹੀ ਨਹੀਂ ਹੋਏਗਾ, ਕਿ ਡਰਿੰਕ ਐਂਡ ਡਰਾਈਵ ਤੇ ਲਾਗੂ ਹੀ ਨਹੀਂ ਹੋਏਗਾ। ਠੀਕ ਹੈ ਬੱਚਿਓ, ਸੋ ਇਹ ਗੱਲਾਂ ਦਾ ਤੁਸੀਂ ਖਿਆਲ ਰੱਖਣਾ ਹੈ। ਸੋ ਇਹ ਸੀ ਪਿਆਰੇ ਵਿਦਿਆਰਥੀਓ ਤੁਹਾਡੀ ਐਕਟੀਵਿਟੀ ਨੰਬਰ 9। ਬੜੀ ਵਧੀਆ ਸੀ, ਬੜੀ ਜਾਣਕਾਰੀ ਭਰਪੂਰ ਸੀ। ਸੁਣਨ ਦਾ ਅਭਿਆਸ, ਲਿਖਣ ਦਾ ਅਭਿਆਸ, ਇਹ ਸਾਰੀ ਐਕਟੀਵਿਟੀ ਨੂੰ ਬੱਚਿਓ ਤੁਸੀਂ ਆਪਣੇ ਆਪ ਬਿਨਾਂ ਦਿਖੇ ਇਹਦਾ ਅਭਿਆਸ ਜ਼ਰੂਰ ਕਰੋ, ਤੇ ਇਹ ਬੜੀ ਵਧੀਆ ਹੈ। ਇਹਨਾਂ ਤੁਹਾਡਾ ਲੈਂਗੁਏਜ ਦਾ ਜਿਹੜਾ ਹੈ ਅਭਿਆਸ ਬੜਾ ਵਧੀਆ ਹੋ ਜਾਏਗਾ। ਸੋ ਇਸੇ ਤਰ੍ਹਾਂ ਅਨੁਸ਼ਾਸਨ ਦੇ ਨਾਲ, ਨੇਮ ਨਾਲ ਆਪਣੀ ਪੜ੍ਹਾਈ ਕਰੀ ਚਲੋ, ਤੇ ਅਗਲੇ ਵੀਡੀਓ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਥੈਂਕ ਯੂ ਵੈਰੀ ਮਚ।